ਆਓ ਅਸੀਂ ਉਪਦੇਸ਼ ਸਿਰਲੇਖ ਪਸਾਹ ਦਾ ਪਰਵ ਰਾਹ ਅਤੇ ਸੱਚਾਈ ਹੈ ਦੇ ਨਾਲ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰੀਏ। ਜੇਕਰ ਪਰਮੇਸ਼ਵਰ ਨੇ ਪਸਾਹ ਦਾ ਸੱਚ ਸਾਨੂੰ ਨਾ ਦਿੱਤਾ ਹੁੰਦਾ ਤਦ ਕਿ ਸਾਡੇ ਲਈ ਧਰਤੀ ਤੇ ਪਰਮੇਸ਼ਵਰ ਨੂੰ ਪਹਿਚਾਨਣ ਦਾ ਹੋਰ ਕੋਈ ਤਰੀਕਾ ਹੁੰਦਾ, ਕਿਉਂਕਿ ਪਰਮੇਸ਼ਵਰ ਮਨੁੱਖਾਂ ਵਾਂਗ ਸਰੀਰ ਵਿੱਚ ਆਏ ਸੀ, ਇਸ ਲਈ ਉਹਨਾਂ ਨੂੰ ਪਹਿਚਾਨਣਾ ਮੁਸ਼ਕਿਲ ਹੁੰਦਾ ਸੀ। ਜੇਕਰ ਅਸੀਂ ਪਰਮੇਸ਼ਵਰ ਨੂੰ ਪਹਿਚਾਨਣ ਵਿੱਚ ਕਾਬਿਲ ਨਹੀਂ ਹਾਂ ਤਾਂ ਅਸੀਂ ਪਿਤਾ ਪਰਮੇਸ਼ਵਰ ਨੂੰ ਪਹਿਚਾਨਣ ਵਿੱਚ ਕਾਬਿਲ ਨਹੀਂ ਹੋ ਸਕਾਂਗੇ, ਅਤੇ ਕੁਦਰਤੀ ਤੌਰ ਤੇ ਅਸੀਂ ਮਾਤਾ ਪਰਮੇਸ਼ਵਰ ਨੂੰ ਪਹਿਚਾਨਣ ਵਿੱਚ ਕਾਬਿਲ ਨਹੀਂ ਹੋਵਾਂਗੇ। ਇਹ ਜਾਣੇ ਬਿਨਾ ਕਿ ਅਸੀਂ ਸਵਰਗੀ ਸੰਤਾਨਾਂ ਹਾਂ, ਅਸੀਂ ਧਰਤੀ ਦੇ ਦਿੱਤਾ ਗਿਆ ਆਪਣਾ ਸਾਰਾ ਸਮਾਂ ਬਰਬਾਦ ਕਰਾਂਗੇ। ਅਸੀਂ ਬਿਨਾਂ ਕਿਸੇ ਆਸ ਅਤੇ ਖੁਸ਼ੀ ਦੇ ਸਿਰਫ ਮੌਤ ਵੱਲ ਲੈ ਜਾਣ ਵਾਲੇ ਰਾਹ ਤੇ ਚੱਲਦੇ ਹੋਏ ਤਰਸਯੋਗ ਜੀਵਨ ਜੀਵਾਂਗੇ। ਪਰ ਅਸੀਂ ਅਤੇ ਸਾਡੀ ਕਿਸਮਤ ਤੇ ਕਿਰਪਾ ਕਰਦੇ ਹੋਏ ਪਰਮੇਸ਼ਵਰ ਨੇ ਮਨੁੱਖ ਜਾਤੀ ਨੂੰ ਪਸਾਹ ਨਾਮ ਦਾ ਪਵਿੱਤਰ ਅਤੇ ਕੀਮਤੀ ਪਰਵ ਪ੍ਰਦਾਨ ਕੀਤਾ। ਪਰਮੇਸ਼ਵਰ ਦੇ ਧਰਤੀ ਤੇ ਕੀਤੇ ਸ਼ਾਨਦਾਰ ਕੰਮਾਂ ਲਈ ਸੰਸਾਰ ਦੇ ਲੋਕ ਜਿਵੇਂ ਚਿੱਤਰਕਾਰ, ਕਵੀ ਅਤੇ ਸੰਗੀਤਕਾਰ ਪਰਮੇਸ਼ਵਰ ਦੀ ਵਡਿਆਈ ਕਰਦੇ ਅਤੇ ਪ੍ਰਸ਼ੰਸਾ ਕਰਦੇ ਹਨ। ਕਿਉਂਕਿ ਯਿਸੂ ਮਸੀਹ ਦੇ ਦਿਨਾਂ ਵਿੱਚ ਫੋਟੋ ਖਿੱਚਣਾ ਅਸੰਭਵ ਸੀ, ਇਸ ਲਈ ਕਲਾਕਾਰਾਂ ਨੇ ਅਕਸਰ ਚਿੱਤਰ ਦੇ ਮਾਧਿਅਮ ਨਾਲ ਉਹਨਾਂ ਦੇ ਕੰਮਾਂ ਨੂੰ ਚਿਤਰਨ ਕੀਤਾ। ਮੈਨੂੰ ਲੱਗਦਾ ਹੈ ਕਿ ਸਾਰੇ ਲੋਕ ਉਸ ਪ੍ਰਸਿੱਧ ਚਿੱਤਰ ਨੂੰ ਜਾਣਦੇ ਹਨ ਜਿਸ ਨੂੰ ਆਖਰੀ ਭੋਜਨ ਕਹਿੰਦੇ ਹਨ। ਕੀ ਇੱਥੇ ਕੋਈ ਇਸ ਤਰ੍ਹਾਂ ਦਾ ਹੈ ਜੋ ਉਸ ਚਿੱਤਰ ਨੂੰ ਨਹੀਂ ਜਾਣਦਾ? ਸੱਚਾਈ ਕਬੂਲ ਕਰਨ ਤੋਂ ਪਹਿਲਾਂ ਵੀ ਕਿ ਤੁਸੀਂ ਆਖਰੀ ਭੋਜਨ ਦੇ ਬਾਰੇ ਨਹੀਂ ਜਾਣਦੇ ਸੀ। ਚਿੱਤਰਕਾਰ ਨੇ ਯਿਸੂ ਨੂੰ ਫਸਾਹ ਦੇ ਪਰਵ ਨੂੰ ਮਨਾਉਂਦੇ ਹੋਏ ਚਿਤਰਿਤ ਕੀਤਾ, ਪਰ ਉਸ ਨੂੰ ਖੁਦ ਨਹੀਂ ਪਤਾ ਸੀ ਕਿ ਇਹ ਅਸਲ ਵਿੱਚ ਕੀ ਹੈ ਜਿਸ ਦਾ ਉਹ ਚਿੱਤਰ ਬਣਾ ਰਿਹਾ ਹੈ, ਅਤੇ ਇਸ ਨੂੰ ਆਖਰੀ ਭੋਜਨ ਨਾਮ ਦੇ ਦਿੱਤਾ। ਇਸ ਤਰ੍ਹਾਂ ਸੰਸਾਰ ਦੇ ਲੋਕ ਸੱਚ ਨਹੀਂ ਜਾਣਦੇ। ਜੇਕਰ ਸੰਤਾਂ ਨੇ ਇਸ ਦ੍ਰਿਸ਼ ਨੂੰ ਚਿਤਰਿਤ ਕੀਤਾ ਹੁੰਦਾ, ਇਸ ਚਿੱਤਰ ਨੂੰ ਕੀ ਨਾਮ ਦਿੱਤਾ ਹੁੰਦਾ, ਕਿ ਇਹ ਨਵਾਂ ਨੇਮ ਦੇ ਫਸਾਹ ਦਾ ਪਰਵ ਨਹੀਂ ਹੁੰਦਾ। ਚਿੱਤਰਕਾਰ ਨੇ ਯਿਸੂ ਦੇ ਜੀਵਨ ਦੇ ਸਭ ਤੋਂ ਕੀਮਤੀ ਪਲ ਨੂੰ ਹਮੇਸ਼ਾ ਯਾਦ ਰੱਖਣ ਲਈ ਇਸ ਨੂੰ ਬਣਾਇਆ। ਹਾਲਾਂਕਿ ਉਸਨੇ ਅਮਲ ਵਿੱਚ ਇਸ ਵਿੱਚ ਲਿਖੇ ਸੱਚ ਨੂੰ ਜਾਣੇ ਬਿਨਾ ਸਰਲਤਾ ਨਾਲ ਉਸ ਦ੍ਰਿਸ਼ ਨੂੰ ਚਿਤਰਿਤ ਕੀਤਾ। ਪਰ ਕੀ ਅਸੀਂ ਸਭ ਇਹ ਨਹੀਂ ਜਾਣਦੇ ਕਿ ਇਹ ਦਿਨ ਜੀਵਨ ਦਾ ਪਰਵ ਸੀ? ਕੀ ਇਹ ਉਹ ਦਿਨ ਨਹੀਂ ਸੀ ਜਦ ਯਿਸੂ ਨੇ ਸਾਨੂੰ ਜੀਵਨ ਅਤੇ ਮੁਕਤੀ ਦੇਣ ਲਈ ਅਤੇ ਸਵਰਗ ਦੇ ਰਾਜ ਵਿੱਚ ਸਾਡੀ ਅਗਵਾਈ ਕਰਨ ਲਈ ਨਵੇਂ ਨੇਮ ਦੇ ਫਸਾਹ ਦੇ ਪਰਵ ਦੀ ਘੋਸ਼ਣਾ ਕੀਤੀ ਸੀ? ਅੱਜ ਆਓ ਅਸੀਂ ਸਭ ਤੋਂ ਪਹਿਲਾਂ ਯਹੂਨਾ ਦੀ ਪੁਸਤਕ ਦੇ ਅਧਿਆਇ 14 ਵਿੱਚ ਲਿਖੇ ਗਏ ਪਰਮੇਸ਼ਵਰ ਦੇ ਵਚਨਾਂ ਉੱਤੇ ਨਜ਼ਰ ਪਾਈਏ। ਅਧਿਆਇ 14 ਆਇਤ 6। ਯਿਸੂ ਨੇ ਉਹਨੂੰ ਆਖਿਆ, ਰਾਹ ਅਤੇ ਕੀ? ਸੱਚਾਈ ਅਤੇ ਕੀ? ਜਿਉਣ ਮੈਂ ਹਾਂ। ਕੋਈ ਮੇਰੇ ਵਸੀਲੇ ਬਿਨਾ ਪਿਤਾ ਦੇ ਕੋਲ ਨਹੀਂ ਆਉਂਦਾ। ਇਹ ਇੱਕ ਮਹੱਤਵਪੂਰਨ ਸਿੱਖਿਆ ਅਤੇ ਸੱਚਾਈ ਹੈ ਜਿਸ ਨੂੰ ਸਾਨੂੰ ਆਪਣੇ ਆਪ ਨੂੰ ਦਸ਼ਕਾਂ ਅਤੇ ਹਜ਼ਾਰਾਂ ਵਾਰ ਜੁਗਾਲੀ ਕਰਦੇ ਹੋਏ ਖੁਦ ਨੂੰ ਯਾਦ ਕਰਾਉਣੀ ਚਾਹੀਦੀ ਹੈ। ਯਿਸੂ ਨੇ ਕਿਹਾ, ਰਾਹ ਅਤੇ ਸੱਚਾਈ ਅਤੇ ਜਿਉਣ ਮੈਂ ਹੀ ਹਾਂ। ਅਸਲ ਵਿੱਚ ਯਿਸੂ ਨੇ ਮਨੁੱਖ ਜਾਤੀ ਨੂੰ ਕਿੱਥੇ ਤੱਕ ਲੈ ਜਾਣ ਦੇ ਲਈ ਰਾਹ ਦੀ ਭੂਮਿਕਾ ਨਿਭਾਈ। ਇਹ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜਿਸ ਤੇ ਸਾਨੂੰ ਵਿਚਾਰ ਕਰਨਾ ਚਾਹੀਦਾ ਹੈ। ਇਹ ਕਿੱਥੇ ਸੀ ਜਿੱਥੇ ਯਿਸੂ ਰਾਹ ਦੀ ਭੂਮਿਕਾ ਨਿਭਾਉਂਦੇ ਹੋਏ ਸਾਡੀ ਸਾਰੀ ਮਨੁੱਖ ਜਾਤੀ ਦੀ ਅਗਵਾਈ ਕਰਨਾ ਚਾਹੁੰਦੇ ਸੀ। ਰਾਹ ਦੀ ਭੂਮਿਕਾ ਨਿਭਾਉਂਦੇ ਹੋਏ ਜੋ ਸਾਨੂੰ ਸੰਦੀਪਕ ਸਵਰਗ ਦੇ ਰਾਜ ਤੱਕ ਲੈ ਜਾਂਦਾ ਹੈ। ਮਸੀਹ ਧਰਤੀ ਉੱਤੇ ਆਏ ਅਤੇ ਸਾਡੇ ਲਈ ਬਹੁਤ ਸਾਰੀਆਂ ਉਦਾਹਰਨਾਂ ਨੂੰ ਸਥਾਪਿਤ ਕੀਤਾ। ਆਓ ਅਸੀਂ ਬਾਈਬਲ ਦੇ ਜ਼ਰੀਏ ਨਾਲ ਇਸ ਦੀ ਪੁਸ਼ਟੀ ਕਰੀਏ। ਆਓ ਯਹੂਨਾ ਅਧਿਆਇ 13 ਵਚਨ 15 ਦੀ ਸਿੱਖਿਆ ਵਿੱਚ ਇੱਕ ਨਜ਼ਰ ਪਾਈਏ। ਇਸ ਲਈ ਜੋ ਮੈਂ ਤੁਹਾਨੂੰ ਇੱਕ ਨਮੂਨਾ ਦੇ ਛੱਡਿਆ ਹੈ, ਤਾਂ ਜੋ ਜਿਵੇਂ ਮੈਂ ਤੁਹਾਡੇ ਨਾਲ ਕੀਤਾ ਤੁਸੀਂ ਵੀ ਤਿਵੇਂ ਹੀ ਕਰੋ। ਯਿਸੂ ਨੇ ਜਿਨ੍ਹਾਂ ਉਦਾਹਰਨਾਂ ਨੂੰ ਸਥਾਪਿਤ ਕੀਤਾ ਉਸ ਦਾ ਕਾਰਨ ਸਾਨੂੰ ਸਿਰਫ ਇਹ ਦਿਖਾਉਣ ਲਈ ਨਹੀਂ ਸੀ ਕਿ ਬਾਈਬਲ ਵਿੱਚ ਇਸ ਤਰ੍ਹਾਂ ਦੀਆਂ ਸਿੱਖਿਆਵਾਂ ਮੌਜੂਦ ਹਨ। ਅਸਲ ਵਿੱਚ ਉਹਨਾਂ ਦੀਆਂ ਉਦਾਹਰਨਾਂ ਦੇ ਅਨੁਸਾਰ ਸਾਨੂੰ ਕੀ ਕਰਨਾ ਚਾਹੀਦਾ ਹੈ। ਉਹਨਾਂ ਨੇ ਇਸ ਨੂੰ ਪਹਿਲਾਂ ਕੀਤਾ ਤਾਂ ਜੋ ਅਸੀਂ ਉਹਨਾਂ ਦੇ ਉਦਾਹਰਨਾਂ ਦਾ ਪਾਲਨ ਕਰ ਸਕੀਏ। ਇੱਕ ਕਹਾਣੀ ਹੈ ਜਿਸ ਨੂੰ ਮੈਂ ਪਹਿਲਾਂ ਤੁਹਾਡੇ ਨਾਲ ਸਾਂਝਾ ਕੀਤਾ ਸੀ। ਇੱਕ ਦਿਨ ਇੱਕ ਸ਼ਿਸ਼ੂ ਪੰਛੀ ਨੂੰ ਇੱਕ ਵਿਅਕਤੀ ਨੇ ਫੜ ਲਿਆ ਸੀ
ਅਤੇ ਉਸ ਨੂੰ ਇੱਕ ਪਿੰਜਰੇ ਵਿੱਚ ਰੱਖਿਆ ਗਿਆ ਸੀ। ਪੰਛੀ ਨੇ ਇਮਾਨਦਾਰੀ ਨਾਲ ਪਿੰਜਰੇ ਤੋਂ ਬਾਹਰ ਆਉਣ ਦੀ ਇੱਛਾ ਕੀਤੀ, ਪਰ ਉਸ ਦੇ ਬਚਣ ਦਾ ਕੋਈ ਰਾਹ ਨਹੀਂ ਸੀ। ਸ਼ੀਸ਼ੂ ਪੰਛੀ ਦੇ ਲੈ ਜਾਣ ਤੋਂ ਬਾਅਦ ਮਾਤਾ ਪੰਛੀ ਫੁੱਟ-ਫੁੱਟ ਕੇ ਰੋਂਦੇ ਹੋਏ ਅਤੇ ਪਿੰਜਰੇ ਦੇ ਚਾਰੇ ਪਾਸੇ ਉੜਦੇ ਹੋਏ ਕੁਝ ਨਹੀਂ ਖਾ ਸਕਦੀ ਸੀ। ਪਿੰਜਰੇ ਵਿੱਚ ਆਪਣੇ ਬੱਚੇ ਨੂੰ ਦੇਖਦੇ ਹੋਏ ਮਾਤਾ ਪੰਛੀ ਤੜਫ ਰਹੀ ਸੀ। ਪਰ ਇੱਕ ਦਿਨ ਮਾਤਾ ਪੰਛੀ ਨੇ ਅਚਾਨਕ ਅਜੀਬ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਉਹ ਪਿੰਜਰੇ ਦੇ ਚਾਰੇ ਪਾਸੇ ਰੋਲਾ ਪਾਉਂਦੇ ਹੋਏ ਉੱਡ ਗਈ ਅਤੇ ਅਚਾਨਕ ਜ਼ਮੀਨ ਉੱਤੇ ਡਿੱਗ ਗਈ ਸੀ, ਮੰਨੋ ਉਹ ਮਰ ਗਈ ਹੋਵੇ। ਮਾਤਾ ਪੰਛੀ ਨੂੰ ਦੇਖ ਕੇ ਸ਼ੀਸ਼ੂ ਪੰਛੀ ਹੈਰਾਨ ਹੋ ਗਿਆ, ਮਾਂ ਕੀ ਕਰ ਰਹੀ ਹੈ? ਇੱਕ ਪਲ ਤੋਂ ਬਾਅਦ ਮਾਤਾ ਪੰਛੀ ਪਿੰਜਰੇ ਦੇ ਚਾਰੋਂ ਪਾਸੇ ਉੱਡਦੀ ਅਤੇ ਜਿਵੇਂ ਹੀ ਉਹ ਆਪਣੇ ਬੱਚੇ ਦੇ ਨਾਲ ਅੱਖ ਨਾਲ ਸੰਪਰਕ ਕਰਦੀ, ਉਹ ਫਿਰ ਜ਼ਮੀਨ ਉੱਤੇ ਡਿੱਗ ਜਾਂਦੀ ਸੀ। ਸ਼ੀਸ਼ੂ ਪੰਛੀ ਆਪਣੀ ਮਾਤਾ ਦੀ ਇੱਛਾ ਨੂੰ ਸਮਝਣ ਲਈ ਹੌਲੀ ਸੀ, ਪਰ ਕਈ ਵਾਰ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ, ਮੈਂ ਮਾਂ ਦੇ ਵਾਂਗ ਨਕਲ ਕਰਾਂਗਾ ਜਿਵੇਂ ਉਹਨਾਂ ਨੇ ਕੀਤਾ। ਤਦ ਪਿੰਜਰੇ ਵਿੱਚ ਸ਼ੀਸ਼ੂ ਪੰਛੀ ਨੇ ਮਰਨ ਦਾ ਨਾਟਕ ਕੀਤਾ, ਭਾਵੇਂ ਹੀ ਉਹ ਹਜੇ ਤੱਕ ਜਿਉਂਦਾ ਸੀ। ਜਦ ਉਸ ਵਿਅਕਤੀ ਨੇ ਜਿਸ ਨੇ ਪੰਛੀ ਨੂੰ ਫੜ ਲਿਆ ਸੀ ਦੇਖਿਆ ਕਿ ਉਹ ਮਰ ਗਿਆ ਹੈ, ਉਸਨੇ ਉਸ ਨੂੰ ਪਿੰਜਰੇ ਤੋਂ ਬਾਹਰ ਕੱਢਿਆ ਅਤੇ ਉਸ ਨੂੰ ਸੁੱਟ ਦਿੱਤਾ। ਜਦ ਉਸ ਨੂੰ ਸੁੱਟਿਆ ਜਾ ਰਿਹਾ ਸੀ, ਇਹ ਸੱਚੀ ਖੁਸ਼ੀ ਦਾ ਪਲ ਸੀ। ਉਹ ਆਜ਼ਾਦ ਹੋ ਗਿਆ। ਇਸ ਲਈ ਸ਼ੀਸ਼ੂ ਪੰਛੀ ਖੁਸ਼ੀ ਨਾਲ ਚਹਿਕਣ ਲੱਗਾ, ਕਿਉਂਕਿ ਉਹ ਆਪਣੀ ਮਾਂ ਦੇ ਨਾਲ ਫਿਰ ਮਿਲ ਗਿਆ ਸੀ ਅਤੇ ਉਹ ਆਕਾਸ਼ ਵਿੱਚ ਉੱਡ ਗਏ। ਮਾਤਾ ਪੰਛੀ ਨੇ ਕੀ ਦੇਖਿਆ? ਉਸਨੇ ਉਸ ਨੂੰ ਇੱਕ ਉਦਾਹਰਣ ਦਿਖਾਇਆ, ਕਿਉਂਕਿ ਜਦ ਸ਼ੀਸ਼ੂ ਪੰਛੀ ਪਿੰਜਰੇ ਵਿੱਚ ਸੀ ਤਦ ਮਾਤਾ ਦੇ ਕੋਲ ਉਸ ਨੂੰ ਬਚਾਉਣ ਲਈ ਹੱਥ ਜਾਂ ਪੈਰ ਜਾਂ ਕੋਈ ਹੋਰ ਸਾਧਨ ਨਹੀਂ ਸੀ। ਇਹ ਸਭ ਤੋਂ ਬੁੱਧੀਮਾਨ ਕੰਮ ਸੀ ਜੋ ਉਹ ਕਰ ਸਕਦੀ ਸੀ। ਸ਼ੀਸ਼ੂ ਪੰਛੀ ਫੜੇ ਜਾਣ ਤੋਂ ਬਾਅਦ ਪਿੰਜਰੇ ਵਿੱਚ ਰੱਖਿਆ ਗਿਆ ਸੀ ਅਤੇ ਮਰਨ ਵਾਲਾ ਸੀ, ਪਰ ਆਪਣੀ ਮਾਤਾ ਦੇ ਦੁਆਰਾ ਦਿਖਾਏ ਗਏ ਉਦਾਹਰਣ ਦਾ ਪਾਲਣ ਕਰਦੇ ਹੋਏ ਉਸ ਨੂੰ ਛੱਡ ਦਿੱਤਾ ਗਿਆ ਅਤੇ ਉਹ ਉਸ ਜਗ੍ਹਾ ਤੇ ਜਾਣ ਦੇ ਯੋਗ ਸੀ ਜਿੱਥੇ ਉਹ ਆਪਣੀ ਮਰਜ਼ੀ ਨਾਲ ਆਜ਼ਾਦੀ ਨਾਲ ਉੱਡ ਸਕਦਾ ਸੀ। ਅਸੀਂ ਵੀ ਧਰਤੀ ਨਾਲ ਦੇ ਛੋਟੇ ਗ੍ਰਹਿ ਤੇ ਕੈਦ ਹੋਏ ਹਾਂ, ਪਰ ਪਰਮੇਸ਼ਵਰ ਨੇ ਸਾਡੇ ਲਈ ਉਦਾਹਰਣਾਂ ਨੂੰ ਸਥਾਪਿਤ ਕਰਦੇ ਹੋਏ ਦਿਖਾਇਆ ਹੈ ਕਿ ਸਾਨੂੰ ਸੰਦੀਪਕ ਆਜ਼ਾਦੀ ਪ੍ਰਾਪਤ ਕਰਨ ਲਈ ਕੀ ਕਰਨਾ ਚਾਹੀਦਾ ਹੈ, ਤਾਂ ਜੋ ਅਸੀਂ ਉਹਨਾਂ ਉਦਾਹਰਣਾਂ ਨੂੰ ਅਭਿਆਸ ਵਿੱਚ ਲਿਆ ਸਕੀਏ। ਕਈ ਸਿੱਖਿਆਵਾਂ ਵਿੱਚੋਂ ਆਓ ਅਸੀਂ ਪਸਾਹ ਦੀ ਸੱਚਾਈ ਬਾਰੇ ਪਰਮੇਸ਼ਵਰ ਦੇ ਵਚਨਾਂ ਦਾ ਅਧਿਐਨ ਕਰੀਏ। ਆਓ ਅਸੀਂ ਮਤੀ ਅਧਿਆਇ 26 ਵਚਨ 17 ਦੇਖੀਏ। ਪਤੀਲੀ ਰੋਟੀ ਦੇ ਤਿਉਹਾਰ ਦੇ ਪਹਿਲੇ ਦਿਨ ਚੇਲਿਆਂ ਨੇ ਯਿਸੂ ਕੋਲ ਆਣ ਕੇ ਆਖਿਆ, ਤੂੰ ਕਿੱਥੇ ਚਾਹੁੰਦਾ ਹੈ ਜੋ ਅਸੀਂ ਤੇਰੇ ਖਾਣ ਲਈ ਪਸਾਹ ਤਿਆਰ ਕਰੀਏ? ਜਦ ਪਸਾਹ ਦਾ ਦਿਨ ਆਇਆ, ਚੇਲੇ ਪੁੱਛਣ ਲੱਗੇ, ਸਾਨੂੰ ਪਸਾਹ ਦਾ ਪਰਵ ਕਿੱਥੇ ਤਿਆਰ ਕਰਨਾ ਚਾਹੀਦਾ ਹੈ? ਆਇਤ 18। ਤਾਂ ਉਹਨੇ ਕਿਹਾ, ਸ਼ਹਿਰ ਵਿੱਚ ਫਲਾਣੇ ਕੋਲ ਜਾ ਕੇ ਉਹਨੂੰ ਕਹੋ, ਭਾਈ ਗੁਰੂ ਆਖਦਾ ਹੈ ਮੇਰਾ ਵੇਲਾ ਨੇੜੇ ਆ ਗਿਆ, ਮੈਂ ਆਪਣੇ ਚੇਲਿਆਂ ਨਾਲ ਤੇਰੇ ਘਰ ਕੀ ਕਰਾਂਗਾ? ਪਸਾਹ ਦਾ ਤਿਉਹਾਰ ਕਰਾਂਗਾ। ਸਾਰੇ ਲੋਕੋ ਯਿਸੂ ਨੇ ਇਹ ਕਹਿੰਦੇ ਹੋਏ ਨਮੂਨਾ ਦਿਖਾਇਆ ਕਿ ਮੈਂ ਪਸਾਹ ਦਾ ਪਰਵ ਮਨਾਵਾਂਗਾ। ਪਰਮੇਸ਼ਵਰ ਨੇ ਸਾਨੂੰ ਨਾ ਵਧਾਉਣ ਅਤੇ ਨਾ ਘਟਾਉਣ ਲਈ ਦੱਸਿਆ ਹੈ, ਪਰ ਚਰਚ ਕੀ ਕਹਿੰਦੇ ਹਨ? ਯਿਸੂ ਨੇ ਕਿਹਾ ਮੈਂ ਇੱਕ ਮਨਾਵਾਂਗਾ, ਪਰ ਸੰਸਾਰ ਵਿੱਚ ਕਈ ਚਰਚ ਕਹਿੰਦੇ ਹਨ ਅਸੀਂ ਇਹ ਨਹੀਂ ਮਨਾਵਾਂਗੇ। ਤਦ ਉਹਨਾਂ ਦੇ ਨਾਲ ਕੀ ਹੋਵੇਗਾ? ਕਿ ਉਹ ਸਵਰਗ ਦੇ ਰਾਜ ਦੀ ਤੁਲਨਾ ਵਿੱਚ ਜਿੱਥੇ ਯਿਸੂ ਗਏ ਇੱਕ ਅਲੱਗ ਜਗ੍ਹਾ ਤੇ ਜਾਣ ਦੇ ਲਈ ਨਿਯੁਕਤ ਨਹੀਂ ਕੀਤੇ ਜਾਣਗੇ। ਪਰਮੇਸ਼ਵਰ ਰਾਹ ਬਣੇ ਅਤੇ ਨਮੂਨਾ ਛੱਡਿਆ ਤਾਂ ਜੋ ਉਹ ਸਾਨੂੰ ਸਾਰੀ ਸੱਚਾਈ ਨੂੰ ਅੰਜਾਮ ਦੇਣ ਲਈ ਜਗਾ ਸਕਣ। ਸਾਰੀਆਂ ਸੱਚਾਈਆਂ ਵਿੱਚੋਂ ਕੀ ਪਸਾਹ ਸਭ ਤੋਂ ਮਹੱਤਵਪੂਰਨ ਸੱਚਾਈ ਨਹੀਂ ਹੈ? ਜਿਵੇਂ ਤੁਸੀਂ ਪਸਾਹ ਨੂੰ ਦੇਖਦੇ ਹੋ ਤਦ ਕਿਸ ਦੇ ਦੁਆਰਾ ਉਸ ਨੂੰ ਸਵੀਕਾਰ ਕੀਤਾ ਜਾਂਦਾ ਹੈ, ਸਤੁਤੀ ਕੀਤੀ ਜਾਂਦੀ ਹੈ ਅਤੇ ਵਡਿਆਈ ਕੀਤੀ ਜਾਂਦੀ ਹੈ? ਪਰਮੇਸ਼ਵਰ ਅਤੇ ਬਾਈਬਲ ਦੇ ਦੁਆਰਾ। ਬਾਈਬਲ ਇਹਨਾਂ ਸਾਰੀਆਂ ਗੱਲਾਂ ਦਾ ਸਮਰਥਨ ਕਰਦੀ ਹੈ। ਇੱਥੇ ਕੁਝ ਇਸ ਤਰ੍ਹਾਂ ਦਾ ਸੀ, ਮੰਨੋ ਬਾਈਬਲ ਸਾਨੂੰ ਦੱਸ ਰਹੀ ਸੀ, ਹਾਂ ਜੋ ਤੁਸੀਂ ਮੰਨਦੇ ਹੋ, ਪਸਾਹ ਜਿਸ ਨੂੰ ਤੁਸੀਂ ਮੰਨਦੇ ਹੋ ਉਹ ਸੱਚਾਈ ਹੈ ਜਿਸ ਨੂੰ ਯਿਸੂ ਨੇ ਮਨਾਇਆ ਸੀ ਅਤੇ ਯਿਸੂ ਦੇ ਨਮੂਨੇ ਦਾ ਪਾਲਣ ਕਰਨਾ ਸਵਰਗ ਵਿੱਚ ਜਾਣ ਦਾ ਰਾਹ ਹੈ।
ਤਦ ਉਹ ਜੋ ਇਸ ਰਾਹ ਦਾ ਪਾਲਨ ਨਹੀਂ ਕਰਦੇ ਸਵਰਗ ਦੇ ਰਾਜ ਵੱਲ ਨਹੀਂ ਜਾ ਰਹੇ। ਜੇ ਇਹ ਸਵਰਗ ਦਾ ਰਾਹ ਨਹੀਂ ਹੈ ਤਦ ਦੂਸਰਾ ਰਾਹ ਸਿਰਫ ਇੱਕ ਹੀ ਹੈ। ਉਹ ਕਿਹੜਾ ਰਾਹ ਹੈ? ਉਹ ਨਰਕ ਦੀ ਸੰਦੀਪਕ ਸਜ਼ਾ ਦਾ ਰਾਹ ਹੈ। ਇੱਕ ਵਾਰ ਫਿਰ ਬਾਈਬਲ ਦੇ ਜ਼ਰੀਏ ਇਸ ਤੱਥ ਨੂੰ ਪ੍ਰਤੀਬਿੰਬਿਤ ਕਰਦੇ ਹੋਏ ਆਓ ਅਸੀਂ ਪਸਾਹ ਨੂੰ ਕਦੇ ਤੁੱਛ ਨਾ ਸਮਝੀਏ, ਜਿਸ ਨੂੰ ਯਿਸੂ ਨੇ ਸਾਡੇ ਲਈ ਇੱਕ ਨਮੂਨੇ ਦੇ ਰੂਪ ਵਿੱਚ ਸਥਾਪਿਤ ਕੀਤਾ। ਆਓ ਅਸੀਂ ਆਇਤ 26 ਦੇ ਨਾਲ ਜਾਰੀ ਰਹੀਏ। ਜਦ ਉਹ ਖਾ ਰਹੇ ਸਨ ਤਦ ਯਿਸੂ ਨੇ ਰੋਟੀ ਲਈ ਅਤੇ ਬਰਕਤ ਦੇ ਕੇ ਤੋੜੀ ਔਰ ਚੇਲਿਆਂ ਨੂੰ ਦੇ ਕੇ ਆਖਿਆ, ਲੋ ਖਾਓ, ਇਹ ਮੇਰਾ ਸਰੀਰ ਹੈ। ਫਿਰ ਉਹਨੇ ਪਿਆਲਾ, ਇਹ ਫਸਾਹ ਦੇ ਦਾਖਰਸ ਦਾ ਪਿਆਲਾ ਸੀ, ਲੈ ਕੇ ਸ਼ੁਕਰ ਕੀਤਾ ਅਤੇ ਉਹਨਾਂ ਨੂੰ ਦੇ ਕੇ ਆਖਿਆ, ਤੁਸੀਂ ਸਾਰੇ ਇਸ ਵਿੱਚੋਂ ਪੀਓ, ਕਿਉਂ ਜੋ ਨੇਮ ਦਾ ਇਹ ਮੇਰਾ ਉਹ ਲਹੂ ਹੈ ਜਿਹੜਾ ਬਹੁਤਿਆਂ ਦੀ ਖਾਤਰ ਪਾਪਾਂ ਦੀ ਮਾਫੀ ਦੇ ਲਈ ਵਹਾਇਆ ਜਾਂਦਾ ਹੈ। ਪਸਾਹ ਨੂੰ ਮਨਾਉਣ ਵਿੱਚ ਸਾਡੀ ਅਗਵਾਈ ਕਰਨ ਲਈ ਮਸੀਹ ਨੇ ਪਸਾਹ ਦੀ ਰੋਟੀ ਨੂੰ ਖਾਂਦੇ ਹੋਏ ਅਤੇ ਪਸਾਹ ਦੇ ਦਾਖਰਸ ਨੂੰ ਪੀਂਦੇ ਹੋਏ ਇੱਕ ਨਮੂਨਾ ਦੇ ਛੱਡਿਆ। ਮਸੀਹ ਦੇ ਪਸਾਹ ਮਨਾਉਣ ਦੇ ਦ੍ਰਿਸ਼ ਨੂੰ ਇੱਕ ਪ੍ਰਸਿੱਧ ਕਲਾਕਾਰ ਦੇ ਮਾਧਿਅਮ ਨਾਲ ਦੁਨੀਆ ਭਰ ਵਿੱਚ ਸਾਰੇ ਲੋਕਾਂ ਦੁਆਰਾ ਜਾਣਿਆ ਜਾਂਦਾ ਹੈ, ਪਰ ਸ਼ਾਇਦ ਹੀ ਕੋਈ ਹੋਵੇਗਾ ਜੋ ਇਸ ਸੱਚਾਈ ਨੂੰ ਜਾਣਦਾ ਹੋਵੇ ਕਿ ਇਹ ਪਸਾਹ ਦਾ ਪਰਵ ਹੈ। ਸਾਰੇ ਲੋਕ ਆਖਰੀ ਭੋਜਨ ਨੂੰ ਜਾਣਦੇ ਹਨ, ਪਰ ਜਦ ਅਸੀਂ ਕਹਿੰਦੇ ਹਾਂ ਕਿ ਆਖਰੀ ਭੋਜਨ ਅਸਲ ਵਿੱਚ ਪਸਾਹ ਦਾ ਪਰਵ ਸੀ, ਤਦ ਕਈ ਲੋਕ ਇਹ ਕਹਿੰਦੇ ਹੋਏ ਜਵਾਬ ਦਿੰਦੇ ਹਨ ਕਿ ਉਹ ਸੱਚਮੁੱਚ ਪਸਾਹ ਦਾ ਪਰਵ ਸੀ। ਇਹ ਕਿੱਥੇ ਕਿਹਾ ਗਿਆ ਹੈ? ਇਸ ਦੇ ਜ਼ਰੀਏ ਅਸੀਂ ਪੂਰੀ ਤਰ੍ਹਾਂ ਸਮਝ ਸਕਦੇ ਹਾਂ ਕਿ ਅੱਜਕੱਲ ਪੂਰੀ ਧਰਤੀ ਹਨੇਰੇ ਨਾਲ ਢਕੀ ਹੋਈ ਹੈ। ਪਸਾਹ ਜਿਸ ਨੂੰ ਅਸੀਂ ਮਨਾ ਰਹੇ ਹਾਂ ਉਸ ਦੀ ਬਾਈਬਲ ਅਤੇ ਸਾਡੇ ਪਰਮੇਸ਼ਵਰ ਵਡਿਆਈ ਕਰਦੇ ਹਨ, ਸਮਰਥਨ ਕਰਦੇ ਹਨ ਅਤੇ ਸਵੀਕਾਰ ਕਰਦੇ ਹਨ, ਕਿਉਂਕਿ ਪਰਮੇਸ਼ਵਰ ਨੇ ਸਾਨੂੰ ਬਹੁਤ ਜ਼ਿਆਦਾ ਆਸ਼ੀਸ਼ ਦਿੱਤੀ ਹੈ ਅਤੇ ਉਹਨਾਂ ਲੋਕਾਂ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ ਜੋ ਸਵਰਗ ਜਾਣਗੇ। ਇਸ ਲਈ ਸਾਨੂੰ ਇਸ ਸੱਚਾਈ ਤੇ ਬਹੁਤ ਮਾਣ ਅਤੇ ਹੌਸਲਾ ਹੋਣਾ ਚਾਹੀਦਾ ਹੈ। ਆਓ ਦੂਸਰਾ ਕਰੰਥੀਓ 10 ਅਧਿਆਏ 18 ਉੱਤੇ ਇੱਕ ਨਜ਼ਰ ਪਾਈਏ। ਕਿਉਂਕਿ ਜੋ ਆਪਣੀ ਨੇਕ ਨਾਮੇ ਜਤਾਉਂਦਾ ਹੈ ਸੋ ਨਹੀਂ, ਸਗੋਂ ਉਹ ਪ੍ਰਵਾਨ ਹੁੰਦਾ ਹੈ ਜਿਹਦੀ ਪ੍ਰਭੂ ਨੇਕ ਨਾਮੇ ਕਰਦਾ ਹੈ। ਇਸ ਦਾ ਅਰਥ ਹੈ ਕਿ ਉਹ ਜਿਸ ਦੀ ਵਡਿਆਈ ਪ੍ਰਭੂ ਕਰਦਾ ਹੈ ਸਹੀ ਹੈ, ਕਿਸ ਦੀ ਪਰਮੇਸ਼ਵਰ ਵਡਿਆਈ ਕਰਦੇ ਹਨ ਅਤੇ ਕਬੂਲ ਕਰਦੇ ਹਨ। ਤੁਸੀਂ ਲੋਕ ਜੋ ਪਸਾਹ ਦਾ ਪਰਵ ਮਨਾਉਂਦੇ ਹੋ ਸਹੀ ਹੋ। ਇਸ ਤਰ੍ਹਾਂ ਕਿਉਂ ਹੈ? ਮੈਂ ਤੁਹਾਡੇ ਪਾਲਨ ਕਰਨ ਲਈ ਕਈ ਨਮੂਨੇ ਛੱਡੇ ਹਨ ਕਿ ਸਿਯੋਨ ਇੱਕ ਇਹੋ ਜਿਹੀ ਜਗ੍ਹਾ ਨਹੀਂ ਹੈ ਜੋ ਮੇਰੇ ਨਮੂਨਿਆਂ ਦਾ ਠੀਕ ਉਸੇ ਤਰ੍ਹਾਂ ਪਾਲਨ ਕਰਦਾ ਹੈ ਜਿਸ ਨੂੰ ਮੈਂ ਤੁਹਾਨੂੰ ਦਿਖਾਇਆ ਹੈ। ਇਸ ਤਰ੍ਹਾਂ ਪਰਮੇਸ਼ਵਰ ਨੇ ਕਿਹਾ, ਜੋ ਆਪਣੀ ਵਡਿਆਈ ਕਰਦਾ ਹੈ ਉਹ ਨਹੀਂ, ਪਰ ਜਿਸ ਦੀ ਵਡਿਆਈ ਪ੍ਰਭੂ ਕਰਦਾ ਹੈ ਉਹੀ ਕਬੂਲ ਕੀਤਾ ਜਾਂਦਾ ਹੈ। ਇਸ ਮਾਮਲੇ ਦੇ ਹਵਾਲੇ ਵਿੱਚ ਲੂਕਾ ਨੇ ਇਸ ਪ੍ਰਕਾਰ ਲਿਖਿਆ ਹੈ। ਆਓ ਲੂਕਾ 22 ਉੱਤੇ ਜਾਈਏ ਅਤੇ ਇੱਕ ਵਾਰ ਫਿਰ ਪੁਸ਼ਟੀ ਕਰੀਏ ਕਿ ਪਸਾਹ ਦਾ ਪਰਵ ਉਹ ਰਾਹ ਅਤੇ ਸੱਚਾਈ ਹੈ ਜੋ ਸਾਨੂੰ ਸਵਰਗ ਤੱਕ ਲੈ ਜਾਂਦੀ ਹੈ। ਲੂਕਾ ਦੇ 22 ਵਚਨ 15। ਉਸ ਨੇ ਉਹਨਾਂ ਨੂੰ ਕਿਹਾ ਕਿ ਇੱਥੇ ਮੈਂ ਯਿਸੂ ਨੂੰ ਦਰਸਾਉਂਦਾ ਹੈ। ਇਹ ਉਹ ਵਚਨ ਹਨ ਜਿਨ੍ਹਾਂ ਨੂੰ ਯਿਸੂ ਨੇ ਖੁਦ ਬੋਲਿਆ ਸੀ। ਵੱਡੀ ਇੱਛਾ ਨਾਲ ਚਾਹਿਆ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਫਸਾਹ ਤੁਹਾਡੇ ਨਾਲ ਖਾਵਾਂ। ਇਹ ਕਿਹੜਾ ਪਰਵ ਸੀ ਜਿਸ ਨੂੰ ਮਨਾਉਣ ਲਈ ਯਿਸੂ ਦੀ ਵੱਡੀ ਇੱਛਾ ਸੀ? ਇਹ ਫਸਾਹ ਦਾ ਪਰਵ ਸੀ। ਪਰਮੇਸ਼ਵਰ ਨੇ ਕਿਹਾ, ਮੈਨੂੰ ਵੱਡੀ ਇੱਛਾ ਨਾਲ ਚਾਹਿਆ ਕਿ ਇਹ ਫਸਾਹ ਖਾਵਾਂ। ਪਰਮੇਸ਼ਵਰ ਦੇ ਲੋਕਾਂ ਦੇ ਰੂਪ ਵਿੱਚ ਅਸੀਂ ਹੁਣ ਫਸਾਹ ਦੇ ਦੁਆਰਾ ਪਰਮੇਸ਼ਵਰ ਵਿੱਚ ਹਾਂ। ਇਸ ਤੋਂ ਇਲਾਵਾ ਅਸੀਂ ਉਹ ਰਾਹ ਤੇ ਹਾਂ ਜਿਸ ਨੂੰ ਪਰਮੇਸ਼ਵਰ ਨੇ ਸਾਡੇ ਲਈ ਤਿਆਰ ਕੀਤਾ ਹੈ ਅਤੇ ਖੁਸ਼ੀ ਨਾਲ ਉਸ ਵੱਲ ਦੌੜ ਰਹੇ ਹਾਂ। ਸਾਨੂੰ ਇਸ ਤੱਤ ਤੇ ਮਾਣ ਅਤੇ ਹੌਸਲਾ ਰੱਖਣਾ ਚਾਹੀਦਾ ਹੈ। ਸਾਰੇ ਲੋਕੋ, ਸਵਰਗ ਦਾ ਰਾਜ ਇੱਕ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ ਜਿੱਥੇ ਸੰਸਾਰ ਦੇ ਕਈ ਲੋਕ ਸਿਰਫ ਆਪਣੇ ਮੂੰਹ ਦੇ ਸ਼ਬਦਾਂ ਨਾਲ ਪ੍ਰਵੇਸ਼ ਕਰ ਸਕਦੇ ਹਨ, ਕਿਉਂਕਿ ਮੁਕਤੀ ਪਰਮੇਸ਼ਵਰ ਦੇ ਨੇਮ ਦੇ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਫਸਾਹ ਦੇ ਜ਼ਰੀਏ ਸਾਰੀ ਮਨੁੱਖ ਜਾਤੀ ਲਈ ਸੰਦੀਪਕ ਜੀਵਨ ਅਤੇ ਮੁਕਤੀ ਦੀ ਪੁਸ਼ਟੀ ਅਤੇ ਵਾਅਦਾ ਕੀਤਾ ਹੈ। ਦੁਨੀਆ ਦੇ ਕਈ ਚਰਚ ਕਹਿੰਦੇ ਹਨ ਚਰਚ ਆਫ ਗੋਡ ਫਸਾਹ ਦੇ ਪਰਵ ਨੂੰ ਮਨਾਉਂਦਾ ਹੈ। ਕੀ ਇਹ ਅਜੀਬ ਨਹੀਂ ਹੈ ਕਿ ਉਹ ਚਰਚ ਫਸਾਹ ਦਾ ਪਰਵ ਮਨਾਉਂਦਾ ਹੈ? ਦੁਨੀਆ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਚਰਚ ਨਹੀਂ ਹੈ ਜੋ ਫਸਾਹ ਦਾ ਪਰਵ ਮਨਾਉਂਦਾ ਹੈ। ਪਰ ਜਦ ਫਸਾਹ ਦਾ ਪਰਵ ਮਨਾਉਣ ਵਾਲਾ ਕੋਈ ਵੀ ਚਰਚ ਨਹੀਂ ਹੈ, ਪਰਮੇਸ਼ਵਰ ਨੇ ਇਸ ਦੁਨੀਆ ਦਾ ਵਰਣਨ ਕਿਵੇਂ ਕੀਤਾ?
ਜਦ ਅਸੀਂ ਯਸ਼ਾਇਆ 60 ਤੇ ਨਜ਼ਰ ਪਾਉਂਦੇ ਹਾਂ, ਇਸ ਸੰਸਾਰ ਦਾ ਵਰਣਨ 어두운 세상 ਬਿਨਾਂ ਸੱਚਾਈ ਅਤੇ ਬਿਨਾਂ ਚਾਨਣ ਦੀ ਇੱਕ ਹਨੇਰੀ ਜਗ੍ਹਾ ਨਾਲ ਕੀਤਾ ਹੈ। 이렇게 표현했습니다. ਇਹ ਹਨੇਰਾ ਹੈ ਕਿਉਂਕਿ ਲੋਕਾਂ ਦੀਆਂ ਅੱਖਾਂ ਅਤੇ ਉਹਨਾਂ ਦੀਆਂ ਆਤਮਾਵਾਂ ਟਕੀਆਂ ਹੋਈਆਂ ਹਨ। ਜਦ ਸੱਚਾਈ ਦੀ ਜੋਤੀ ਦੀ ਇੱਕ ਝਲਕ ਵੀ ਨਹੀਂ ਸੀ, ਪਰਮੇਸ਼ਵਰ ਇਸ ਧਰਤੀ ਤੇ ਪ੍ਰਕਾਸ਼ ਦੇ ਇੱਕ ਕਿਰਨ ਦੇ ਰੂਪ ਵਿੱਚ ਆਏ ਅਤੇ ਨਵਾਂ ਨੇਮ ਦੇ ਪਸਾਹ ਦੇ ਪਰਵ ਦਾ ਪ੍ਰਕਾਸ਼ ਹਰ ਜਗ੍ਹਾ ਤੇ ਚਮਕਾਇਆ। ਜਦ ਸਾਡੇ ਦਿਲਾਂ ਵਿੱਚ ਸੱਚਾਈ ਦੀ ਰੋਸ਼ਨੀ ਚਮਕੀ, ਤਦ ਇੱਕ ਦੀਪਕ ਜਲਾਇਆ ਗਿਆ। ਜਦੋਂ ਦੋ ਲੋਕਾਂ ਨੂੰ ਪ੍ਰਕਾਸ਼ ਪ੍ਰਾਪਤ ਹੋਇਆ, ਤਦ ਦੋ ਦੀਪਕ ਜਲਾਏ ਗਏ। ਹੁਣ ਦੁਨੀਆ ਭਰ ਵਿੱਚ ਕਈ ਦੀਪਕ ਜਲਾਏ ਜਾ ਰਹੇ ਹਨ। 켜지고 있습니다. ਦੀਪਕਾਂ ਦੀ ਸੰਖਿਆ ਲਗਾਤਾਰ ਵੱਧਦੀ ਰਹੇਗੀ। ਲੂਕਾ 22 ਵਿੱਚ ਪਰਮੇਸ਼ਵਰ ਨੇ ਕਿਹਾ, ਮੈਂ ਵੱਡੀ ਇੱਛਾ ਨਾਲ ਚਾਹਿਆ ਕਿ ਇਹ ਫਸਾਹ ਤੁਹਾਡੇ ਨਾਲ ਖਾਵਾਂ। ਉਹਨਾਂ ਦੇ ਵਚਨ ਕਿੰਨੇ ਇਮਾਨਦਾਰ ਸੀ। 간절함이 ਮੈਂ ਵੱਡੀ ਇੱਛਾ ਨਾਲ ਚਾਹਿਆ ਕਿ ਇਹ ਫਸਾਹ ਤੁਹਾਡੇ ਨਾਲ ਖਾਵਾਂ। ਮੈਨੂੰ ਸਿਰਫ ਇਕੱਲੇ ਹੀ ਉਹ ਵਿਅਕਤੀ ਨਹੀਂ ਬਣਨਾ ਚਾਹੀਦਾ ਜੋ ਸਵਰਗ ਦੇ ਰਾਜ ਵਿੱਚ ਵਾਪਸ ਜਾਵੇਗਾ, ਕਿਉਂਕਿ ਮੈਂ ਉਤਸੁਕਤਾ ਨਾਲ ਤੁਹਾਨੂੰ ਆਪਣੇ ਨਾਲ ਲੈ ਜਾਣਾ ਚਾਹੁੰਦਾ ਹਾਂ। ਇਸ ਲਈ ਮੈਂ ਤੁਹਾਨੂੰ ਉਹ ਰਾਹ ਸਿਖਾਉਣ ਲਈ ਨਮੂਨੇ ਛੱਡ ਦਿੱਤੇ ਹਨ। 본을 보여주노라 말이죠. ਅਸਲ ਵਿੱਚ ਕੀ ਪਰਮੇਸ਼ਵਰ ਸਵਰਗ ਜਾਣ ਵਿੱਚ ਯੋਗ ਨਹੀਂ ਹੁੰਦੇ ਜੇ ਉਹ ਫਸਾਹ ਨਹੀਂ ਮਨਾਉਂਦੇ? 그러니까 ਤਦ ਉਹਨਾਂ ਨੇ ਫਸਾਦ ਦਾ ਪਰਵ ਕਿਉਂ ਮਨਾਇਆ? ਇਹ ਸਾਡੇ ਮਨਾਉਣ ਲਈ ਨਮੂਨਾ ਛੱਡਣਾ ਸੀ, ਸਾਨੂੰ ਇਹ ਸਿਖਾਉਣ ਲਈ ਕਿ ਸਾਨੂੰ ਹੁਣ ਤੋਂ ਇਸ ਤਰ੍ਹਾਂ ਹੀ ਕਰਨਾ ਚਾਹੀਦਾ ਹੈ। 또 우리 ਜਦ ਪਰਮੇਸ਼ਵਰ ਧਰਤੀ ਉੱਤੇ ਆਏ, ਉਹਨਾਂ ਨੇ ਬਪਤਿਸਮਾ ਵੀ ਲਿਆ। ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂ ਉਹਨਾਂ ਨੇ ਬਪਤਿਸਮਾ ਲਿਆ? ਪਰਮੇਸ਼ਵਰ ਨੂੰ ਬਪਤਿਸਮਾ ਲੈਣ ਦੀ ਲੋੜ ਨਹੀਂ ਹੈ। ਬਪਤਿਸਮਾ ਇੱਕ ਇਸ ਤਰ੍ਹਾਂ ਦੀ ਵਿਧੀ ਹੈ ਜਿਸ ਨਾਲ ਪਾਪੀਆਂ ਨੂੰ ਪਾਪਾਂ ਦੀ ਮਾਫੀ ਪ੍ਰਾਪਤ ਕਰਨ ਲਈ ਲੰਘਣਾ ਚਾਹੀਦਾ ਹੈ। 하나님은 죄인도 ਪਰ ਪਰਮੇਸ਼ਵਰ ਜੋ ਧਰਮੀ ਹੈ, ਉਹਨਾਂ ਨੇ ਬਪਤਿਸਮਾ ਕਿਉਂ ਲਿਆ? 아니고 ਉਹ ਕੀ ਸੀ ਜਿਸ ਨਾਲ ਯੀਸ਼ੂ ਨੇ ਸਾਨੂੰ ਜਗਾਇਆ ਸੀ? 어떻게 ਯੀਸ਼ੂ ਨੇ ਸਾਨੂੰ ਨਮੂਨਾ ਦਿਖਾ ਦਿੱਤਾ ਹੈ ਕਿ ਜਿਵੇਂ ਯੀਸ਼ੂ ਨੇ ਸਾਡੇ ਨਾਲ ਕੀਤਾ ਹੈ, ਅਸੀਂ ਵੀ ਉਸੇ ਤਰ੍ਹਾਂ ਹੀ ਕਰਿਆ ਕਰੀਏ। ਕਿਉਂਕਿ ਮਸੀਹ ਨੇ ਕਿਹਾ, ਰਾਹ, ਸੱਚਾਈ ਅਤੇ ਜੀਵਨ ਮੈਂ ਹਾਂ, ਕਿ ਸਾਨੂੰ ਇਸ ਰਾਹ ਦਾ ਪਾਲਨ ਨਹੀਂ ਕਰਨਾ ਚਾਹੀਦਾ ਜਿਸ ਨੂੰ ਉਹਨਾਂ ਨੇ ਸਾਡੇ ਸਾਹਮਣੇ ਰੱਖਿਆ ਹੈ। ਇਸ ਤੱਥ ਤੇ ਮਾਣ ਕਰਦੇ ਹੋਏ ਕਿ ਸਾਡਾ ਚਰਚ ਉਸ ਰਾਹ ਦਾ ਪਾਲਨ ਕਰ ਰਿਹਾ ਹੈ, ਸਾਨੂੰ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਨਾਲ ਬੁਲੰਦ ਹੌਸਲੇ ਨਾਲ ਕਹਿਣਾ ਚਾਹੀਦਾ ਹੈ, ਆਓ ਅਸੀਂ ਫਸਾਹ ਨੂੰ ਮਨਾਈਏ ਤਾਂ ਜੋ ਅਸੀਂ ਸੰਦੀਪਕ ਜੀਵਨ ਪ੍ਰਾਪਤ ਕਰ ਸਕੀਏ ਔਰ ਇਕੱਠੇ ਸਵਰਗ ਜਾ ਸਕੀਏ। 가는 ਕਿਉਂਕਿ ਫਸਾਹ ਉਹ ਰਾਹ ਤੇ ਸੱਚਾਈ ਹੈ ਜਿਸ ਨੂੰ ਯੀਸ਼ੂ ਨੇ ਸਵੀਕਾਰ ਕੀਤਾ ਸੀ। ਕਿ ਅਸੀਂ ਇਸ ਸੱਚਾਈ ਦੇ ਬਾਰੇ ਸਪਸ਼ਟ ਰੂਪ ਨਾਲ ਸਾਖੀ ਦੇਣ ਦੇ ਯੋਗ ਨਹੀਂ ਹੋਵਾਂਗੇ? ਆਓ ਆਇਤ 19 ਉੱਤੇ ਜਾਈਏ। 말씀 넘어가 봅시다. ਤਾਂ ਉਸਨੇ ਰੋਟੀ ਲਈ ਅਤੇ ਸ਼ੁਕਰ ਕਰਕੇ ਤੋੜੀ ਅਤੇ ਇਹ ਕਹਿ ਕੇ ਉਹਨਾਂ ਨੂੰ ਦਿੱਤੀ ਕਿ ਇਹ ਮਤਲਬ ਫਸਾਹ ਦੀ ਰੋਟੀ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ। 하나님의 몸이 ਪਰਮੇਸ਼ਵਰ ਦੇ ਸਰੀਰ ਦੇ ਸੰਬੰਧ ਵਿੱਚ ਕੀ ਇਹ ਨਾਸ਼ ਹੋਣ ਵਾਲਾ ਹੈ? ਯੀਸ਼ੂ ਨੇ ਸਾਨੂੰ ਫਸਾਹ ਦੀ ਰੋਟੀ ਦਿੱਤੀ ਅਤੇ ਇਹ ਕਹਿ ਕੇ ਨੇਮ ਬੰਨਿਆ, ਇਹ ਮੇਰਾ ਸਰੀਰ ਹੈ ਜੋ ਅਵਿਨਾਸ਼ੀ ਅਤੇ ਸੰਦੀਪਕ ਹੈ। 의미를 그렇게 언약해 주셨습니다. ਇਹ ਕੀ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ? ਮੇਰੀ ਯਾਦਗਾਰੀ ਲਈ ਇਹ ਕਰਿਆ ਕਰੋ, ਇਹ ਕਰਿਆ ਕਰੋ। ਇਹ ਵਚਨ ਕਿਸਨੇ ਕਿਹਾ? ਇਹ ਵਚਨ ਕਿਸੇ ਗੁਆਂਢੀ ਜਾਂ ਰਾਹਗੀਰ ਦੇ ਦੁਆਰਾ ਨਹੀਂ ਬੋਲੇ ਗਏ ਸੀ। 얘기도 아닙니다. ਇਹ ਖੁਦ ਪਰਮੇਸ਼ਵਰ ਸੀ 되시고 ਜੋ ਮੁਕਤੀ ਦਾ ਮੂਲ ਅਤੇ ਸੋਤਾ ਹੈ, 하나님께서 ਜਿਨ੍ਹਾਂ ਨੇ ਕਿਹਾ ਇਹ ਕਰਿਆ ਕਰੋ। 하라고 했습니다. ਭਾਵੇਂ ਹੀ ਇਹ ਪਰਮੇਸ਼ਵਰ ਦਾ ਹੁਕਮ ਹੈ, ਸ਼ੈਤਾਨ ਹਮੇਸ਼ਾ ਅਦਨ ਬਾਗ ਤੋਂ ਪਰਮੇਸ਼ਵਰ ਦੇ ਵਿਰੋਧ ਵਿੱਚ ਕਹਿੰਦਾ ਆਇਆ ਹੈ। ਜੋ ਪਰਮੇਸ਼ਵਰ ਨੇ ਸਾਨੂੰ ਖਾਣ ਲਈ ਨਹੀਂ ਦੱਸਿਆ ਹੈ, ਸ਼ੈਤਾਨ ਨੇ ਖਾਣ ਲਈ ਦੱਸਿਆ ਹੈ। ਜੋ ਪਰਮੇਸ਼ਵਰ ਨੇ ਸਾਨੂੰ ਖਾਣ ਲਈ ਦੱਸਿਆ ਹੈ, ਸ਼ੈਤਾਨ ਹਮੇਸ਼ਾ ਵਿਰੋਧ ਵਿੱਚ ਕਹਿੰਦਾ ਹੈ। ਫਸਾਹ ਦੀ ਰੋਟੀ ਅਤੇ ਦਾਖਰਸ ਦੇ ਬਾਰੇ ਪਰਮੇਸ਼ਵਰ ਨੇ ਕਿਹਾ, ਮੇਰੀ ਯਾਦਗਾਰੀ ਦੇ ਲਈ ਇਹੀ ਕਰਿਆ ਕਰੋ। 20절에 ਆਇਤ ਵੀ ਅਤੇ ਖਾਣ ਦੇ ਪਿੱਛੇ ਇਸ ਤਰ੍ਹਾਂ ਉਸਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ 새 ਜੋ ਕਿਸ ਦੇ ਲਈ ਵਹਾਇਆ ਜਾਂਦਾ ਹੈ? 한다고요? ਤੁਹਾਡੇ ਲਈ ਵਹਾਇਆ ਜਾਂਦਾ ਹੈ। ਨਵਾਂ ਨੇਮ ਹੈ। 라고 했습니다. 자, 6월절이 ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਫਸਾਹ ਦਾ ਪਰਵ ਨਵਾਂ ਨੇਮ ਹੈ। 진리입니다. ਯੀਸ਼ੂ ਦੁਆਰਾ ਘੋਸ਼ਣਾ ਕੀਤੇ ਗਏ ਨਵੇਂ ਨੇਮ ਦੀਆਂ ਸਾਰੀਆਂ ਸੱਚਾਈਆਂ ਵਿੱਚੋਂ ਸਭ ਤੋਂ ਮਹੱਤਵਪੂਰਨ ਭਾਗ ਹੈ। 그런데 ਭਾਵੇਂ ਹੀ ਯੀਸ਼ੂ ਨੇ ਕਿਹਾ, ਮੈਂ ਫਸਾਹ ਦਾ ਪਰਵ ਮਨਾਵਾਂਗਾ ਅਤੇ ਮੈਂ ਵੱਡੀ ਇੱਛਾ ਨਾਲ ਚਾਹਿਆ 원하였다라고 ਕਿ ਇਹ ਫਸਾਹ ਤੁਹਾਡੇ ਨਾਲ ਖਾਵਾਂ। 예수님 ਅੱਜ ਕੱਲ੍ਹ 하는 ਦੁਨੀਆ ਭਰ ਦੇ ਸਾਰੇ ਚਰਚ ਜੋ ਯੀਸ਼ੂ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ, ਉਹ ਇਸ ਨੂੰ ਨਹੀਂ ਮਨਾਉਂਦੇ। ਸੱਚਮੁੱਚ ਇਹ ਕਾਫੀ ਅਜੀਬ ਅਤੇ ਬੇਢੰਗਾ ਹੈ। ਉਹ ਸਾਰੇ ਯੀਸ਼ੂ ਤੇ ਵਿਸ਼ਵਾਸ ਕਰਨ ਦਾ ਦਾਅਵਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਉਹ ਯੀਸ਼ੂ ਦੇ ਸਭ ਤੋਂ ਛੋਟੇ ਕੰਮ ਨੂੰ ਵੀ ਮਹੱਤਵਪੂਰਨ ਮੰਨਦੇ ਹਨ। 그림으로도 남기고 ਉਹ ਯੀਸ਼ੂ ਦੇ ਬਾਰੇ ਹਰ ਚੀਜ਼ ਦੇ ਚਿੱਤਰ ਬਣਾਉਂਦੇ ਅਤੇ ਲੈਂਦੇ ਹਨ। ਪਰ ਕੀ ਇਹ ਹੈਰਾਨੀਜਨਕ ਨਹੀਂ ਹੈ ਕਿ ਉਹਨਾਂ ਨੂੰ ਅਜੇ ਵੀ ਫਸਾਹ ਦੇ ਬਾਰੇ ਕੋਈ ਜਾਣਕਾਰੀ ਨਹੀਂ ਹੈ? 있습니까? ਉਹ ਵੇਖਦੇ ਹੋਏ 봐도 어떻다고요? ਕੀ ਉਹ ਵੇਖਦੇ ਹਨ? ਨਹੀਂ ਵੇਖਦੇ। ਅਤੇ ਸੁਣਦੇ ਹੋਏ ਨਹੀਂ ਸੁਣਦੇ 있지만 ਅਤੇ ਨਹੀਂ ਸਮਝਦੇ।
우리 하나님 ਪਰਮੇਸ਼ਵਰ ਦੀਆਂ ਭਵਿੱਖਬਾਣੀਆਂ ਠੀਕ-ਠੀਕ ਅਤੇ ਸਟੀਕ ਰੂਪ ਵਿੱਚ ਪੂਰੀਆਂ ਕੀਤੀਆਂ ਗਈਆਂ ਹਨ। 그러나 ਪਰ ਧੰਨ ਤੁਹਾਡੀਆਂ ਅੱਖੀਆਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ। 복 받았습니다 우리가. ਸਾਰੇ ਲੋਕੋ ਅਸੀਂ ਬਹੁਤ ਧੰਨ ਲੋਕ ਹਾਂ। ਸਾਡੇ ਸਿਓਨ ਦੇ ਪਰਿਵਾਰ ਦੇ ਸਾਰੇ ਮੈਂਬਰ ਬਹੁਤ ਧੰਨ ਹਨ। ਤੁਸੀਂ ਸੋਚ ਸਕਦੇ ਹੋ ਕਿ ਮੈਂ ਇਸ ਵਿੱਚ ਜਾਂ ਉਸ ਵਿੱਚ ਚੰਗਾ ਨਹੀਂ ਹਾਂ, ਪਰ ਇਹ ਵੀ ਇੱਕ ਆਸ਼ੀਸ਼ ਹੈ। 여러분 너무 ਸਾਰੇ ਲੋਕੋ ਮੰਨ ਲਓ ਕਿ ਤੁਸੀਂ ਹਰ ਚੀਜ਼ ਵਿੱਚ ਹੁਨਰਮੰਦ ਹੋ ਕਿ ਤੁਸੀਂ ਕਦੇ ਪਰਮੇਸ਼ਵਰ ਤੋਂ ਸਹਾਇਤਾ ਮੰਗੋਗੇ। ਜੋ ਕਮਜ਼ੋਰ ਹੈ ਉਹ ਇਮਾਨਦਾਰੀ ਨਾਲ ਪ੍ਰਾਰਥਨਾ ਕਰਦੇ ਹਨ। 잘하는 사람 ਉਹ ਉਹਨਾਂ ਲੋਕਾਂ ਦੀ ਤੁਲਨਾ ਵਿੱਚ ਬਹੁਤ ਇਮਾਨਦਾਰੀ ਨਾਲ ਪ੍ਰਾਰਥਨਾ ਕਰਦੇ ਹਨ ਜੋ ਹੁਨਰਮੰਦ ਹਨ। ਉੱਪਰੋਂ ਉਹਨਾਂ ਨੂੰ ਦੇਖਦੇ ਹੋਏ ਪਰਮੇਸ਼ਵਰ ਕਿਸ ਨੂੰ ਵੱਧ ਆਸ਼ੀਸ਼ ਦੇਣਗੇ? ਕੀ ਇਹ ਇਸ ਤਰ੍ਹਾਂ ਦਾ ਵਿਅਕਤੀ ਹੋਵੇਗਾ ਜੋ ਖੁਦ ਨੂੰ ਕਹਿੰਦਾ ਹੈ ਮੈਂ ਹਰ ਚੀਜ਼ ਵਿੱਚ ਚੰਗਾ ਹਾਂ ਅਤੇ ਆਪਣੀ ਸ਼ਕਤੀ ਦੇ ਆਧਾਰ ਤੇ ਸਭ ਕੁਝ ਸੰਭਾਲਦਾ ਹਾਂ, ਜਾਂ ਇਸ ਤਰ੍ਹਾਂ ਦਾ ਵਿਅਕਤੀ ਹੋਵੇਗਾ ਜੋ ਕਿਰਪਾ ਨਾਲ ਭਰਪੂਰ ਪ੍ਰਾਰਥਨਾ ਕਰਦਾ ਹੈ ਪ੍ਰਭੂ ਮੈਂ ਇੱਕ ਪਾਪੀ ਹਾਂ, ਮੈਂ ਕਈ ਤਰ੍ਹਾਂ ਨਾਲ ਕਮਜ਼ੋਰ ਅਤੇ ਘੱਟ ਹਾਂ, 그 은혜는 ਪਰ ਤੁਸੀਂ ਮੈਨੂੰ ਸਵਰਗ ਜਾਣ ਦੀ ਆਗਿਆ ਦਿੰਦੇ ਹੋਏ ਸਿਓਨ ਵਿੱਚ ਬੁਲਾਇਆ ਹੈ। ਮੈਂ ਤੁਹਾਡੀ ਕਿਰਪਾ ਲਈ ਬਹੁਤ ਧੰਨਵਾਦੀ ਹਾਂ। 사도 바울 하면 ਲੋਕ ਆਸਾਨੀ ਨਾਲ ਸੋਚ ਸਕਦੇ ਹਨ ਕਿ ਰਸੂਲ ਪੌਲਸ ਬਾਈਬਲ ਸਿਖਾਉਣ, ਪ੍ਰਚਾਰ ਕਰਨ ਅਤੇ ਬਾਕੀ ਸਭ ਚੀਜ਼ਾਂ ਵਿੱਚ ਬਾਰੇ ਚੰਗਾ ਸੀ। 없습니다. 그러나 ਦਰਅਸਲ ਉਹ ਵੀ ਕੁਝ ਚੀਜ਼ਾਂ ਵਿੱਚ ਕਮਜ਼ੋਰ ਸੀ। 부족한 부분이 있어서 ਇਸ ਲਈ ਉਸਨੇ ਪਰਮੇਸ਼ਵਰ ਤੋਂ 3 ਵਾਰ ਬੇਨਤੀ ਕਰਦੇ ਹੋਏ ਪ੍ਰਾਰਥਨਾ ਵੀ ਕੀਤੀ, हे ਪਰਮੇਸ਼ਵਰ ਕਿਰਪਾ ਸ਼ੈਤਾਨ ਦੇ ਕੰਡਿਆਂ ਨੂੰ ਮੇਰੇ ਤੋਂ ਦੂਰ ਕਰ ਦਿਓ। 하나님께서 ਪਰ ਪਰਮੇਸ਼ਵਰ ਨੇ ਜਵਾਬ ਦਿੱਤਾ, ਮੇਰੀ ਕਿਰਪਾ ਤੇਰੇ ਲਈ ਬਹੁਤ ਹੈ, ਮੈਂ ਤੈਨੂੰ ਆਪਣਾ ਪਿਆਰ ਦਿਖਾਉਣ ਲਈ ਕੰਡਾ ਦਿੱਤਾ ਹੈ, ਪਰ ਜੇ ਮੈਂ ਇਸ ਨੂੰ ਹਟਾ ਲੈਂਦਾ ਹਾਂ ਤਦ ਇਸ ਦਾ ਮਤਲਬ ਹੈ ਮੈਂ ਆਪਣਾ ਪਿਆਰ ਤੇਰੇ ਤੋਂ ਦੂਰ ਲੈ ਜਾਂਦਾ ਹਾਂ। ਇਸ ਲਈ ਤੈਨੂੰ ਇਸ ਕੰਡੇ ਦੇ ਨਾਲ ਖੁਸ਼ ਹੋਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਨੂੰ ਧੰਨਵਾਦ ਦੇਣਾ ਚਾਹੀਦਾ ਹੈ। ਇਹ ਅਹਿਸਾਸ ਕਰਨ ਤੋਂ ਬਾਅਦ ਪਹਿਲਾ ਥੈਸਲੂਨੀਕੀਆਂ 5 ਵਿੱਚ ਰਸੂਲ ਪੌਲਸ ਨੇ ਕੀ ਕਿਹਾ? ਸਦਾ ਆਨੰਦਿਤ ਰਹੋ, ਲਗਾਤਾਰ ਪ੍ਰਾਰਥਨਾ ਵਿੱਚ ਲੱਗੇ ਰਹੋ, ਹਰ ਗੱਲ ਵਿੱਚ ਧੰਨਵਾਦ ਦਿਓ। ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਸੀ, 드렸습니다만 우리 ਇੱਕ ਮਨੁੱਖੀ ਸਰੀਰ ਵਿੱਚ ਸਾਰੀਆਂ ਖੂਨ ਦੀਆਂ ਨਾੜੀਆਂ ਦੀ ਲੰਬਾਈ ਕਿੰਨੀ ਹੁੰਦੀ ਹੈ? 사람이었습니까? ਕੀ ਤੁਸੀਂ ਵਿਸ਼ਵਾਸ ਕਰ ਸਕਦੇ ਹੋ ਕਿ ਇਹ 90,000 ਕਿਲੋਮੀਟਰ ਤੋਂ ਜ਼ਿਆਦਾ ਲੰਬੀ ਹੈ? 1km나 될까? ਅਸੀਂ ਸੋਚ ਸਕਦੇ ਹਾਂ ਕਿ ਇਹ 1 ਕਿਲੋਮੀਟਰ ਲੰਬੀ ਹੈ। 지구의 그 둘레 ਧਰਤੀ ਦਾ ਘੇਰਾ ਲਗਭਗ 40,000 ਕਿਲੋਮੀਟਰ ਹੈ। 그걸 ਤਦ ਪਰਮੇਸ਼ਵਰ ਨੇ ਸਾਡੇ ਸਰੀਰ ਵਿੱਚ ਧਰਤੀ ਦੇ ਘੇਰੇ ਤੋਂ 2.5 ਗੁਣਾ ਜ਼ਿਆਦਾ ਲੰਬਾਈ ਦੀਆਂ ਖੂਨ ਦੀਆਂ ਨਾੜੀਆਂ ਨੂੰ ਬਣਾਇਆ। 0.몇 ਪਰਮੇਸ਼ਵਰ ਨੇ ਖੂਨ ਦੀਆਂ ਨਾੜੀਆਂ ਉੱਤੇ ਛੇਕ ਬਣਾਇਆ ਤਾਂ ਜੋ ਖੂਨ ਉਹਨਾਂ ਦੇ ਜ਼ਰੀਏ ਵਗ ਸਕੇ। ਜੇਕਰ ਪਰਮੇਸ਼ਵਰ ਨੇ ਸਾਨੂੰ ਕੀਮਤੀ ਨਾ ਮੰਨਿਆ ਹੁੰਦਾ ਤੇ ਸਾਡਾ ਆਦਰ ਨਹੀਂ ਕੀਤਾ ਹੁੰਦਾ, ਫਿਰ ਕੀ ਉਹ ਸਾਨੂੰ ਇੰਨੀ ਗੁੰਝਲਦਾਰ ਬਣਤਰ ਨਾਲ ਬਣਾ ਸਕਦੇ ਹਨ? ਸਾਨੂੰ ਵਿਸ਼ਵਾਸ ਕਰਨਾ ਚਾਹੀਦਾ ਤੇ ਸਮਝਣਾ ਚਾਹੀਦਾ ਹੈ ਕਿ ਸਾਡੀ ਮੌਜੂਦਗੀ ਹੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਪਰਮੇਸ਼ਵਰ ਤੋਂ ਬੇਅੰਤ ਪਿਆਰ ਪ੍ਰਾਪਤ ਕਰ ਰਹੇ ਹਾਂ। ਅਤੇ ਆਓ ਅਸੀਂ ਸਾਰੇ ਇਹ ਅਹਿਸਾਸ ਕਰਕੇ ਖੁਸ਼ ਹੋ ਜਾਈਏ, ਪਰਮੇਸ਼ਵਰ ਨੇ ਬਿਨਾਂ ਕਿਸੇ ਕਾਰਨ ਦੇ ਸਾਡੇ ਸਰੀਰ ਵਿੱਚ ਲੰਬੀਆਂ ਖੂਨ ਦੀਆਂ ਨਾੜੀਆਂ ਦਾ ਨਿਰਮਾਣ ਨਹੀਂ ਕੀਤਾ। ਪਰਮੇਸ਼ਵਰ ਨੇ ਸਾਨੂੰ ਸਵਰਗ ਦੇ ਸੰਦੀਪਕ ਰਾਜ ਵੱਲ ਲਿਜਾਣ ਲਈ ਬੇਅੰਤ ਕਿਰਪਾ ਪ੍ਰਦਾਨ ਕੀਤੀ ਹੈ। ਅੱਜ ਵੀ ਸਾਨੂੰ ਫਸਾਦ ਦੀ ਸੱਚਾਈ ਦਾ ਅਹਿਸਾਸ ਹੋਣ ਦੀ ਇਜਾਜ਼ਤ ਦੇਣ ਲਈ ਮੈਂ ਸਵਰਗੀ ਪਿਤਾ ਤੇ ਮਾਤਾ ਜੀ ਨੂੰ ਧੰਨਵਾਦ ਦਿੰਦਾ ਹਾਂ। 다른 사람은 ਫਸਾਦ ਦੇ ਚਿੱਤਰ ਨੂੰ ਦੇਖਦੇ ਹੋਏ ਸੰਸਾਰ ਦੇ ਲੋਕ ਇਸ ਨੂੰ ਅੰਤਿਮ ਭੋਜ ਕਹਿੰਦੇ ਹਨ, 우리는 ਪਰ ਅਸੀਂ 만찬을 ਇਹ ਕਹਿਣ ਵਿੱਚ ਸਮਰਥੀ ਹਾਂ ਕਿ ਇਹ ਨਵਾਂ ਨੇਮ ਦਾ ਫਸਾਹ ਹੈ। ਅਸੀਂ ਆਪਣੀਆਂ ਅੱਖਾਂ ਨਾਲ ਜੋ ਦੇਖਦੇ ਹਾਂ ਉਹ ਪੱਕਾ ਹੀ ਉਹਨਾਂ ਦੀਆਂ ਅੱਖਾਂ ਤੋਂ ਜੋ ਦਿਖਦਾ ਹੈ ਉਸ ਤੋਂ ਅਲੱਗ ਹੈ। ਉਹ ਦਾਅਵਾ ਕਰਦੇ ਹਨ ਕਿ ਉਹਨਾਂ ਕੋਲ ਦੇਖਣ ਲਈ ਅੱਖਾਂ ਹਨ ਅਤੇ ਫਿਰ ਵੀ ਉਹ ਦੇਖ ਨਹੀਂ ਸਕਦੇ, ਪਰ ਸਾਡੇ ਕੋਲ ਅੱਖਾਂ ਹਨ ਜੋ ਦੇਖਣ ਵਿੱਚ ਸਮਰਥੀ ਹਨ। ਜਦੋਂ ਯਹੋਸ਼ੂਆ ਤੇ ਇਜ਼ਰਾਈਲੀਆਂ ਨੇ ਸਵਰਗ ਤੋਂ ਪਵਿੱਤਰ ਆਤਮਾ ਦੀ ਸ਼ਕਤੀ ਪ੍ਰਾਪਤ ਕਰਨ ਤੋਂ ਬਾਅਦ 7 ਵਾਰ ਯਰੀਓ ਤੇ ਚਾਰੇ ਪਾਸੇ ਘੁੰਮੇ, 외치기만 하니 ਕਿ ਯਰੀਓ ਦੀਆਂ ਕੰਧਾਂ ਉਹਨਾਂ ਦੇ ਚਿੱਕਣ ਤੋਂ ਬਾਅਦ ਬੇਸਹਾਰਾ ਹੋ ਕੇ ਨਹੀਂ ਡਿੱਗ ਪਈਆਂ। 바로 이 ਜਿਵੇਂ ਕਿ ਪਰਮੇਸ਼ਵਰ ਨੇ ਫਸਾਦ ਦੇ ਜ਼ਰੀਏ ਇਜ਼ਰਾਈਲ ਨਾਲ ਨੇਮ ਬੰਨਿਆ,끔 하시는 ਉਹ ਇੱਕ ਸੋਤਾ ਬਣ ਗਿਆ ਜਿਸ ਨੇ ਅੰਤ ਉਹਨਾਂ ਨੂੰ ਜਿੱਤ ਲਈ ਪ੍ਰੇਰਿਤ ਕੀਤਾ। 주셨습니다. 어디 그 ਬਸ ਇੰਨਾ ਹੈ। 요시아 왕 ਰਾਜਾ ਯੋਸ਼ੀਆ ਦੇ ਸਮੇਂ ਵਿੱਚ 동안 ਉਹ ਲੰਬੇ ਸਮੇਂ ਤੋਂ ਆਪਣੇ ਦੇਵਤਿਆਂ ਦੇ ਰੂਪ ਵਿੱਚ ਮੂਰਤੀਆਂ ਦੀ ਪੂਜਾ ਕਰ ਰਹੇ ਸੀ, 어느 날 ਪਰ ਇੱਕ ਦਿਨ ਉਹਨਾਂ ਨੂੰ ਪਰਮੇਸ਼ਵਰ ਦੇ ਮੰਦਿਰ ਵਿੱਚ ਨੇਮ ਦੀ ਕਿਤਾਬ ਮਿਲੀ। 책이 발견이 된 겁니다. 율법 책 속에 ਨੇਮ ਦੀ ਕਿਤਾਬ ਦੇ ਅੰਦਰ 6월절이라는 ਪਸਾ ਨਾਮਕ ਪਰਮੇਸ਼ਵਰ ਦੇ ਇੱਕ ਪਵਿੱਤਰ ਪਰਵ ਦਾ ਜ਼ਿਕਰ ਕੀਤਾ ਗਿਆ ਸੀ, 한 번도 시킨 적이 없었어요. ਪਰ ਉਹਨਾਂ ਨੇ ਇਸ ਨੂੰ ਪਹਿਲਾਂ ਕਦੀ ਨਹੀਂ ਮਨਾਇਆ ਸੀ। 요시아 왕 18년 ਰਾਜਾ ਯੋਸ਼ੀਆ ਨੇ 18ਵੇਂ ਵਰ੍ਹੇ ਵਿੱਚ 그 6월 ਰਾਜਾ ਯੋਸ਼ੀਆ ਨੇ ਫਸਾ ਮਨਾਇਆ, ਜਿਵੇਂ ਕਿ ਬਾਈਬਲ ਵਿੱਚ ਲਿਖਿਆ ਗਿਆ ਹੈ। ਉਸ ਵੇਲੇ ਪਰਮੇਸ਼ਵਰ ਨੇ ਇਹ ਕਹਿੰਦੇ ਹੋਏ ਯੋਸ਼ੀਆ ਨੂੰ ਆਪਣੀ ਆਸ਼ੀਸ਼ ਪ੍ਰਦਾਨ ਕੀਤੀ ਕਿ ਯੋਸ਼ੀਆ ਤੋਂ ਪਹਿਲਾਂ ਕੋਈ ਰਾਜਾ ਉਹਦੇ ਵਰਗਾ ਨਹੀਂ ਹੋਇਆ ਜੋ ਆਪਣੇ ਸਾਰੇ ਮਨ ਨਾਲ, ਆਪਣੀ ਜਾਨ ਅਤੇ ਆਪਣੀ ਸਾਰੀ ਸ਼ਕਤੀ ਨਾਲ ਮੂਸਾ ਦੀ ਸਾਰੀ ਵਿਵਸਥਾ ਅਨੁਸਾਰ ਯਹੋਵਾ ਦੀ ਵੱਲ ਫਿਰਿਆ ਹੋਵੇ, ਅਤੇ ਨਾ ਉਹਦੇ ਮਗਰੋਂ ਕੋਈ ਉਹਦੇ ਵਰਗਾ ਉੱਠਿਆ। ਕਿ ਰਾਜਾ ਯੋਸ਼ੀਆ ਨੇ ਖੁਦ ਇਸ ਤਰ੍ਹਾਂ ਆਪਣੀ ਵਡਿਆਈ ਅਤੇ ਪ੍ਰਸ਼ੰਸਾ ਕੀਤੀ? ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਹ ਪਰਮੇਸ਼ਵਰ ਵੱਲੋਂ ਨਹੀਂ ਆਈ ਸੀ। 역시
ਇਸ ਤੋਂ ਇਲਾਵਾ ਰਾਜਾ ਹਿਜਕੀਆ ਦੇ ਬਾਰੇ ਕੀ? ਅਤੀਤ ਦੇ ਰਾਜਿਆਂ ਵਿੱਚ ਫਸਾ ਮਨਾਉਣ ਵਾਲੇ ਕਿਸੇ ਵੀ ਰਾਜਾ ਦਾ ਨਕਾਰਾਤਮਕ ਨਤੀਜਾ ਨਹੀਂ ਸੀ। 유월절을 ਜੋ ਰਾਜਾ ਫਸਾ ਨਹੀਂ ਮਨਾਉਂਦੇ ਸੀ ਉਹ ਭ੍ਰਿਸ਼ਟ ਹੋ ਗਏ, 하나님의 어떤 ਮੂਰਤੀਆਂ ਦੀ ਪੂਜਾ ਕੀਤੀ, 또 악의 ਪਰਮੇਸ਼ਵਰ ਦੀ ਮਰਜ਼ੀ ਦੇ ਵਿਰੁੱਧ ਗਏ, 그 정치를 ਬੁਰੇ ਕੰਮ ਕੀਤੇ ਅਤੇ ਜ਼ੁਲਮ ਕੀਤਾ। 유월절을 ਫਸਾ ਨੂੰ ਪਵਿੱਤਰ ਮਨਾਉਂਦੇ ਹੋਏ ਪਰਮੇਸ਼ਵਰ ਦੁਆਰਾ ਨਿਰਦੇਸ਼ਿਤ ਸਾਰੇ ਰਾਜਾ ਬਾਈਬਲ ਦੇ ਇਤਿਹਾਸ ਵਿੱਚ ਮਹਾਨ ਵਿਅਕਤੀ ਬਣ ਗਏ। 기록되어 있습니다. ਆਓ ਅਸੀਂ ਅਯੂਬ ਅਧਿਆਇ 8 ਜਰੀਏ ਪਰਮੇਸ਼ਵਰ ਦੇ ਵਚਨ ਦਾ ਸੰਖੇਪ ਕਰੀਏ। ਫਸਾ ਦਾ ਦਿਨ ਸੱਚਮੁੱਚ ਪਰਮੇਸ਼ਵਰ ਦੀ ਕਿਰਪਾ ਹੈ ਜੋ ਸਾਨੂੰ ਸਵਰਗ ਦੇ ਰਾਜ ਵੱਲ ਲੈ ਜਾਂਦਾ ਹੈ। ਇਹ ਧਿਆਨ ਵਿੱਚ ਰੱਖਦੇ ਹੋਏ ਕਿ ਫਸਾ ਇੱਕ ਅਜਿਹਾ ਪਰਵ ਹੈ ਜਿਸ ਨੂੰ ਪਰਮੇਸ਼ਵਰ ਨੇ ਖੁਦ ਧਰਤੀ ਉੱਤੇ ਆਉਂਦੇ ਹੋਏ ਵੱਡੀ ਇੱਛਾ ਨਾਲ ਮਨਾਇਆ। ਆਓ ਅਸੀਂ ਅਯੂਬ ਦੀ ਕਿਤਾਬ ਦੇ 8 ਅਧਿਆਇ ਉੱਤੇ ਜਾਈਏ। 8장 7절의 말씀 보시면 ਅਧਿਆਇ 8 ਵਚਨ 7। ਅਤੇ ਤੇਰਾ ਆਦ ਭਾਵੇਂ ਛੋਟਾ ਹੀ ਸੀਗਾ ਪਰ ਤੇਰਾ ਅੰਤ ਉਹ ਬਹੁਤ ਵਧਾਉਂਦਾ। ਤੂੰ ਪਹਿਲੀ ਪੀੜ੍ਹੀ ਤੋਂ ਪੁੱਛ ਥਾਂ 너는 예시대 ਅਤੇ ਉਹਨਾਂ ਦੇ ਪਿਓ ਦਾਦਿਆਂ ਦੀਆਂ ਖੋਜਾਂ ਉੱਤੇ ਧਿਆਨ ਦੇ। 어떡한 일을 어떻게 하라고요? ਉਹਨਾਂ ਦੇ ਪੁਰਖਿਆਂ ਵਿੱਚ ਰਾਜਾ ਯੋਸ਼ੀਆ ਅਤੇ ਰਾਜਾ ਹਿਜਕੀਆ ਸੀ। 여호수아 ਯਹੋਸ਼ੂ ਉਹਨਾਂ ਵਿੱਚੋਂ ਇੱਕ ਸੀ। 그들이 ਉਹਨਾਂ ਸਾਰਿਆਂ ਨੇ ਕੀ ਖੋਜਾਂ ਕੀਤੀਆਂ? ਜਿਵੇਂ ਕਿ ਰਾਜਾ ਹਿਜਕੀਆ ਮਰਨ ਵਾਲਾ ਸੀ, 어떤 사람이 그 생명 ਪਰਮੇਸ਼ਵਰ ਨੇ ਉਸ ਦੇ ਜੀਵਨ ਵਿੱਚ ਪਰਦਾ ਸਾਲ ਜੋੜੇ ਅਤੇ ਸੂਰਜ ਦੇ ਪਰਛਾਵੇਂ ਨੂੰ ਵੀ ਪਿੱਛੇ ਕਰ ਦਿੱਤਾ। 뒤로 후진 시기는 놀라운 ਅਜਿਹਾ ਸ਼ਾਨਦਾਰ ਚਮਕਦਾਰ ਬਾਈਬਲ ਵਿੱਚ ਦਰਜ ਕੀਤਾ ਗਿਆ। 성경의 그 한 페이지에 올리게 되었습니다. ਮੈਨੂੰ ਯਕੀਨ ਹੈ ਕਿ ਤੁਹਾਨੂੰ ਯਿਰਮੀਆ 31 ਵਿੱਚ ਦਿੱਤੇ ਗਏ ਵਚਨ ਯਾਦ ਹੋਣਗੇ। ਯਹੋਵਾ ਦਾ ਵਾਕ ਹੈ ਕਿ ਮੈਂ ਇਜ਼ਰਾਈਲ ਦੇ ਘਰਾਣੇ ਨਾਲ ਅਤੇ ਯਹੂਦਾ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬਣਾਂਗਾ। ਉਸ ਦਿਨ ਪਰਮੇਸ਼ਵਰ ਆਪਣੀ ਵਿਵਸਥਾ ਨੂੰ ਉਹਨਾਂ ਦੇ ਅੰਦਰ ਰੱਖਣਗੇ ਅਤੇ ਉਹਨਾਂ ਦੇ ਦਿਲਾਂ ਉੱਤੇ ਲਿਖਣਗੇ। 생각에 새겨둘 ਮੈਂ ਉਹਨਾਂ ਦਾ ਪਰਮੇਸ਼ਵਰ ਹੋਵਾਂਗਾ 그래서 저희들은 내 백성이 될 것이며 ਅਤੇ ਉਹ ਮੇਰੀ ਪ੍ਰਜਾ ਹੋਣਗੇ। 뭐가 된다고요? 하나님이 될 것이다. 뭘 가지고 ਪਰਮੇਸ਼ਵਰ ਨੇ ਆਪਣੇ ਅਤੇ ਆਪਣੇ ਲੋਕਾਂ ਵਿਚਕਾਰ ਸੰਬੰਧ ਬਣਾਉਣ ਲਈ ਕਿਸ ਦਾ ਉਪਯੋਗ ਕੀਤਾ? ਨਵਾਂ ਨੇਮ। ਦੁਨੀਆ ਵਿੱਚ ਇਸ ਪਵਿੱਤਰ ਸੱਚਾਈ ਵਰਗੀ ਕੋਈ ਸੱਚਾਈ ਨਹੀਂ ਹੈ ਜਿਸ ਤੋਂ ਸਾਨੂੰ ਪੂਰੀ ਤਰ੍ਹਾਂ ਪਰਮੇਸ਼ਵਰ ਦੇ ਨਾਲ ਇੱਕ ਦੇਹ ਬਣਾਉਂਦੇ ਹੋਏ ਪਰਮੇਸ਼ਵਰ ਦੇ ਇੰਨੇ ਨੇੜੇ ਲਿਆਇਆ ਗਿਆ ਹੈ। 구원을 ਜਿਨ੍ਹਾਂ ਲੋਕਾਂ ਨੂੰ ਬਚਨ ਦੀ ਲੋੜ ਨਹੀਂ ਹੈ ਉਹਨਾਂ ਲਈ ਸ਼ਾਇਦ ਫਸਾ ਮਨਾਉਣ ਦੀ ਲੋੜ ਨਹੀਂ ਹੋਵੇਗੀ, 구원을 ਪਰ ਜਿਨ੍ਹਾਂ ਲੋਕਾਂ ਨੂੰ ਮੁਕਤੀ ਪ੍ਰਾਪਤ ਕਰਨ ਦੀ ਲੋੜ ਹੈ ਉਹਨਾਂ ਨੂੰ ਫਸਾ ਮਨਾਉਣਾ ਚਾਹੀਦਾ ਹੈ। ਕਿ ਇਸ ਲਈ ਪਰਮੇਸ਼ਵਰ ਨੇ ਸਾਡੇ ਲਈ ਨਮੂਨਾ ਨਹੀਂ ਛੱਡਿਆ? 하겠습니까? ਸਾਨੂੰ ਸਵਰਗ ਲੈ ਕੇ ਜਾਣ ਲਈ ਪਰਮੇਸ਼ਵਰ ਨੇ ਖੁਦ 2000 ਸਾਲ ਪਹਿਲਾਂ ਫਸਾ ਨੂੰ ਮਨਾਉਣ ਦਾ ਨਮੂਨਾ ਦਿਖਾਇਆ। 주셨고 ਫਿਰ ਪਵਿੱਤਰ ਆਤਮਾ ਦੇ ਇਸ ਅੰਤਿਮ ਯੁੱਗ ਵਿੱਚ ਸਾਡੇ ਸਵਰਗੀ ਪਿਤਾ ਅਤੇ ਮਾਤਾ ਜੀ ਸਾਡੇ ਲਈ ਨਮੂਨਾ ਦਿਖਾਉਣ ਲਈ ਧਰਤੀ ਉੱਤੇ ਆਏ। ਮੈਂ ਸਿਓਨ ਵਿੱਚ ਸਾਡੇ ਪਰਿਵਾਰਾਂ ਨੂੰ ਇਮਾਨਦਾਰੀ ਨਾਲ ਕਹਿੰਦਾ ਹਾਂ ਕਿ ਉਹਨਾਂ ਸਾਰੀਆਂ ਗਰੀਬ ਆਤਮਾਵਾਂ ਨੂੰ ਜਾਗਰੂਕ ਕਰੀਏ ਜੋ ਇਹ ਸੋਚਦੇ ਹੋਏ ਜੀਵਨ ਜੀ ਰਹੀਆਂ ਹਨ ਕਿ ਸਰੀਰਕ ਜੀਵਨ ਹੀ ਸਭ ਕੁਝ ਹੈ। 이 섬을 ਆਓ ਅਸੀਂ ਉਹਨਾਂ ਨੂੰ ਮਹਿਸੂਸ ਕਰਾਈਏ ਕਿ ਸਵਰਗ ਦਾ ਰਾਜ ਮੌਜੂਦ ਹੈ ਤਾਂ ਜੋ ਅਸੀਂ ਸਾਰੇ ਇਕੱਠੇ ਉੱਤੇ ਜਾ ਸਕੀਏ। ਇਹ ਆਸ ਕਰਦੇ ਹੋਏ ਕਿ ਤੁਸੀਂ ਬਹੁਤ ਕਿਰਪਾ ਪ੍ਰਾਪਤ ਕੀਤੀ ਹੈ। ਮੈਂ ਅੱਜ ਦੇ ਉਪਦੇਸ਼ ਨੂੰ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।